ਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰ ਸੱਚਾ ਪਾਤਸ਼ਾਹ ਸਾਧ ਸੰਗਤ ਸੱਚਖੰਡ ਵਸਾਇਆ। ਗੁਰ ਸਿੱਖ ਲੈ ਗੁਰ ਸਿੱਖ ਹੋਏ, ਆਪ ਗਵਾਏ ਨਾ ਆਪ ਗਣਾਇਆ। ਗੁਰ ਸਿੱਖ ਸਭੋ ਸਾਧਨਾ, ਸਾਧ ਸਦਾਏ ਸਾਧ ਸਦਵਾਇਆ। ਚਹੁ ਵਰਣਾ ਉਪਦੇਸ ਦੇ, ਮਾਇਆ ਵਿੱਚ ਉਦਾਸ ਰਹਾਇਆ। ਸਚਹੁ ਓਰੈ ਸਭ ਕਿਹੋ, ਸਚ ਨਾਉ ਗੁਰਮੰਤ ਦਿੜਾਇਆ। ਹੁਕਮੈ ਅੰਦਰ ਸਭ ਕੋ, ਮੰਨੈ ਹੁਕਮ ਸੋ ਸੱਚ ਸਮਾਇਆ। ਸ਼ਬਦ ਸੁਰਤ ਲਿਵ ਅਲਖ ਲਖਾਇਆ, ਸ਼ਬਦ ਸੁਰਤ ਲਿਵ ਅਲਖ ਲਖਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ ਗਰੀਬ ਨਿਵਾਜ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਕੱਦਸ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀ, ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਨਾਲ ਜੁੜੀਏ। ਅੱਜ 7ਵੀਂ ਵਾਰ ਆਰੰਭ ਹੋਈ ਹੈ। 7ਵੀਂ ਵਾਰ ਦੀ ਪਹਿਲੀ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। 7ਵੀਂ ਵਾਰ ਦੇ ਅੰਦਰ ਭਾਈ ਗੁਰਦਾਸ ਸਾਹਿਬ ਜੀ ਨੇ ਗਿਣਤੀ ਕਰਦਿਆਂ ਹੋਇਆਂ ਗੁਰਸਿੱਖਾਂ ਦੀ ਅਵਸਥਾ ਦਾ ਜ਼ਿਕਰ ਕੀਤਾ ਹੈ। ਜਿਵੇਂ 1 ਦੀ ਗਿਣਤੀ, ਫਿਰ 2 ਦੀ, ਫਿਰ 3 ਦੀ, ਫਿਰ 4 ਦੀ। ਉਦਾਹਰਣ ਦੇ ਤੌਰ ਤੇ ਗੁਰਸਿੱਖ ਇੱਕ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜੇ ਰਹਿੰਦੇ ਹੈ। ਫਿਰ ਦੂਜੀ ਪੌੜੀ ਦੇ ਵਿੱਚ 2 ਦੀ ਗਿਣਤੀ ਆਵੇਗੀ। ਦ્વੈਤ ਭਾਵ ਨੂੰ, ਦੁਆਂਦਵਾਦ ਨੂੰ ਗੁਰਸਿੱਖ ਛੱਡ ਦਿੰਦੇ ਹੈ। ਕੁਝ ਚੀਜ਼ਾਂ ਜਿਵੇਂ 2 ਹੁੰਦੀਆਂ, ਜੰਮਣ ਮਰਨ, ਸੁੱਖ ਦੁੱਖ, ਦਿਨ ਰਾਤ, ਆਉਣਾ ਜਾਣਾ, ਇਹ 2 ਸ਼ਬਦ ਇਕੱਠੇ ਹੁੰਦੇ ਹੈ। ਉਹਨਾਂ ਦੀ ਗਿਣਤੀ ਕਰਕੇ ਦੱਸਦੇ ਆ ਗੁਰਸਿੱਖ ਸਭ ਤੋਂ ਉੱਚੀ ਅਵਸਥਾ ਦਾ ਮਾਲਕ ਹੈ। ਇਹਨਾਂ ਸਾਰਿਆਂ ਨੂੰ ਲੰਘ ਜਾਂਦਾ ਹੈ, ਜਿੱਤ ਜਾਂਦਾ ਹੈ। ਫਿਰ 3 ਦੀ ਗਿਣਤੀ, ਜਿਵੇਂ ਆਦ ਵਿਆਦ ਉਪਾਦ, ਤਿੰਨਾਂ ਤੋਂ ਅੱਗੇ ਚਲਿਆ ਜਾਂਦਾ ਹੈ। ਬਾਲਕ, ਜਵਾਨੀ ਤੇ ਬੁਢੇਪਾ, 3 ਅਵਸਥਾਵਾਂ। ਫਿਰ ਉਸ ਤੋਂ ਬਾਅਦ 4 ਦੀ ਗਿਣਤੀ, ਜਿਵੇਂ ਧਰਮ, ਅਰਥ, ਕਾਮ, ਮੋਕਸ਼, ਇਹ 4 ਪਦਾਰਥ। ਫਿਰ 5 ਦੀ ਗਿਣਤੀ, ਜਿਵੇਂ 5 ਤੱਤ ਹਨ। ਫਿਰ 6 ਦੀ ਗਿਣਤੀ। ਸੋ ਇਹ ਵਾਰ ਹੈ ਨਾ ਜਿਹੜੀ 7ਵੀਂ,
ਇਸ 7ਵੀਂ ਵਾਰ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਨੇ ਗਿਣਤੀ ਕਰਕੇ ਉਹ ਜਿਹੜੇ ਜਿਹੜੇ ਪਦਾਰਥ ਗਿਣਤੀ ਦੇ ਸਨ ਸਾਨੂੰ ਦੱਸਿਆ ਕਿ ਗੁਰਸਿੱਖ ਸਭ ਤੋਂ ਅੱਗੇ ਲੰਘ ਗਏ, ਸਾਰਾ ਕੁਝ ਉਹਨਾਂ ਨੇ ਜਿੱਤ ਲਿਆ ਹੈ। ਵਾਹਿਗੁਰੂ ਦੇ ਵਿੱਚ ਉਹ ਅਭੇਦ ਹੋਏ ਨੇ। ਸੋ ਪਹਿਲੀ ਪੌੜੀ ਇਹ ਮੰਗਲਾਚਰਨ ਕਰਦੇ ਹੈ। ਸੋ ਆਓ ਭਾਈ ਗੁਰਦਾਸ ਜੀ ਦੀ ਇਹ 7ਵੀਂ ਵਾਰ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਸਰਵਣ ਕਰੀਏ। ਵਾਹਿਗੁਰੂ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ, ਸਜਾਤੀ ਵਿਜਾਤੀ ਸਵੈਗਤ ਭੇਦ ਰਹਿਤ ਹੈ, ਅਦੁੱਤੀ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ। ਉਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਸਤਿਗੁਰ ਸੱਚਾ ਪਾਤਸ਼ਾਹ ਸਾਧ ਸੰਗਤ ਸੱਚਖੰਡ ਵਸਾਇਆ। ਭਾਈ ਗੁਰਦਾਸ ਸਾਹਿਬ ਜੀ ਨੂੰ ਗੁਰਸਿੱਖਾਂ ਨੇ ਪੁੱਛਿਆ, ਭਾਈ ਗੁਰਦਾਸ ਜੀ ਤੁਸੀਂ ਸਾਨੂੰ ਇਹ ਦੱਸੋ, ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੀ ਚਰਨ ਸ਼ਰਨ ਵਿੱਚ ਰਹਿ ਕਰਕੇ ਆਪ ਜੀ ਨੇ ਗੁਰੂ ਅਰਜੁਨ ਦੇਵ ਮਹਾਰਾਜ ਜੀ ਤੋਂ ਬਹੁਤ ਰਹਿਮਤਾਂ ਪ੍ਰਾਪਤ ਕੀਤੀਆਂ ਨੇ। ਫਿਰ ਸਤਿਗੁਰੂ ਨੇ ਇੰਨੀ ਵੱਡੀ ਮਿਹਰ ਕੀਤੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੁਹਾਡੇ ਤੋਂ ਲਿਖਵਾਈ। ਗੁਰੂ ਅਰਜੁਨ ਦੇਵ ਮਹਾਰਾਜ ਜੀ ਨੂੰ ਤੁਸੀਂ, ਤੁਹਾਡੇ ਅੰਦਰ ਕੀ ਭਾਵਨਾ ਹੈ ਸਤਿਗੁਰੂ ਦੇ ਪ੍ਰਤੀ? ਤਾਂ ਭਾਈ ਸਾਹਿਬ ਜੀ ਦੱਸਦੇ ਨੇ, ਸਤਿਗੁਰ ਸੱਚਾ ਪਾਤਸ਼ਾਹ। ਗੁਰਸਿੱਖੋ ਮੈਂ ਮਨ ਵਿੱਚ ਨਿਸ਼ਚਾ ਕੀਤਾ ਹੈ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਸੱਚੇ ਪਾਤਸ਼ਾਹ ਹਨ। ਜਿਵੇਂ ਭੱਟ ਮਥੁਰਾ ਜੀ ਨੇ ਕਿਹਾ ਹੈ, ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜੁਨ ਪ੍ਰਤੱਖ ਹਰ। ਗੁਰੂ ਅਰਜੁਨ ਦੇਵ ਜੀ ਪ੍ਰਤੱਖ ਪਰਮਾਤਮਾ ਆਪ ਹਨ। ਗੁਰੂ ਅਰਜੁਨ ਦੇਵ ਮਹਾਰਾਜ ਜੀ ਸੱਚੇ ਪਾਤਸ਼ਾਹ ਹਨ। ਸਾਧ ਸੰਗਤ ਸੱਚਖੰਡ ਵਸਾਇਆ। ਸਾਧ ਸੰਗਤ ਰੂਪੀ ਸੱਚਖੰਡ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਵਸਾਇਆ ਹੈ। ਗੁਰੂ ਕੇ ਸਿੱਖ ਸਾਧ ਸੰਗਤ ਰੂਪੀ ਸੱਚਖੰਡ ਦੇ ਵਾਸੀ ਹਨ, ਸੱਚਖੰਡ ਦੇ ਵਿੱਚ ਵਸਦੇ ਹੈ। ਫਿਰ ਗੁਰਸਿੱਖਾਂ ਨੇ ਪੁੱਛਿਆ, ਭਾਈ ਗੁਰਦਾਸ ਜੀ ਤੁਸੀਂ ਦੱਸੋ, ਸਾਧ ਸੰਗਤ ਰੂਪੀ ਸੱਚਖੰਡ ਜੋ ਗੁਰੂ ਅਰਜੁਨ ਦੇਵ ਨੇ ਵਸਾਇਆ ਹੈ, ਕੀ ਇਸ ਸੱਚਖੰਡ ਦੇ ਵਿੱਚੋਂ ਕਿਸੇ ਨੂੰ ਕੋਈ ਦਾਤ ਵੀ ਮਿਲਦੀ ਹੈ? ਭਾਈ ਸਾਹਿਬ ਜੀ ਕਹਿੰਦੇ ਹਾਂ ਮਹਾਰਾਜ ਜੀ, ਦਾਤਾਂ ਦੇ ਨਾਲ ਝੋਲੀਆਂ ਭਰਦੇ ਹੈ। ਗੁਰ ਸਿੱਖ ਲੈ ਗੁਰ ਸਿੱਖ ਹੋਏ, ਆਪ ਗਵਾਏ ਨਾ ਆਪ ਗਣਾਇਆ। ਪਹਿਲਾ ਜਿਹੜਾ ਸ਼ਬਦ ਹੈ ਵੱਖਰਾ ਹੈ, ਗੁਰ ਸਿੱਖ, ਗੁਰੂ ਦੀ ਸਿੱਖਿਆ। ਦੂਜਾ ਇਕੱਠਾ ਹੈ ਗੁਰ ਸਿੱਖ। ਗੁਰ ਸਿੱਖ ਲੈ ਗੁਰ ਸਿੱਖ ਹੋਏ। ਸਾਧ ਸੰਗਤ ਦੇ ਵਿੱਚੋਂ ਗੁਰੂ ਦੀ ਸਿੱਖਿਆ ਲੈ ਕਰਕੇ ਗੁਰਸਿੱਖ ਹੋ ਕੇ ਜਿਹੜੇ ਜਗਿਆਸੂ ਆਉਂਦੇ ਹੈ, ਜਿਹੜਾ ਵੀ ਕੋਈ ਗੁਰੂ ਦੀ ਚਰਨ ਸ਼ਰਨ ਵਿੱਚ ਆਉਂਦਾ ਹੈ, ਸਾਧ ਸੰਗਤ ਦੇ ਵਿੱਚ ਆਉਂਦਾ ਹੈ, ਉਹ ਸਾਧ ਸੰਗਤ ਦੇ ਵਿੱਚੋਂ ਗੁਰੂ ਦੀ ਸਿੱਖਿਆ ਲੈ ਕੇ ਗੁਰਸਿੱਖ ਬਣਦਾ ਹੈ। ਅਤੇ ਗੁਰਸਿੱਖ ਹੋ ਕੇ ਆਪ ਗਵਾਏ, ਉਹ ਆਪਾ ਭਾਵ ਮੈਂ ਮੇਰੀ ਦੂਰ ਕਰ ਦਿੰਦਾ ਹੈ। ਨਾ ਆਪ ਗਣਾਇਆ, ਅਤੇ ਉਹ ਗੁਰਸਿੱਖ ਫਿਰ ਕਦੇ ਵੀ ਆਪਣੇ ਆਪ ਨੂੰ ਜਣਾਉਂਦਾ ਨਹੀਂ ਹੈ, ਵੱਡਾ ਨਹੀਂ ਦਿਖਾਉਂਦਾ ਵੀ ਮੈਂ ਵੱਡਾ ਹਾਂ, ਬਾਕੀ ਛੋਟੇ ਨੇ। ਮਹਾਰਾਜ ਜੀ ਕਹਿੰਦੇ ਉਹਦੇ ਅੰਦਰ ਦਿਖਾਵਾ ਨਹੀਂ ਹੁੰਦਾ। ਅੱਜ ਕੱਲ੍ਹ ਦੁਨੀਆ ਸਾਰੀ ਜਿਹੜੀ ਹੈ ਉਹ ਦਿਖਾਵੇ ਦੇ ਪਿੱਛੇ ਭੱਜਦੀ ਹੈ। ਲੋਕ ਵਿਖਾਵਾ ਬਹੁਤ ਕਰਦੇ ਹੈ। ਮਹਾਰਾਜ ਜੀ ਕਹਿੰਦੇ ਉਹ ਤਾਂ ਵਿਖਾਵਾ ਨਹੀਂ ਕਰਦੇ, ਆਪਣੇ ਆਪ ਨੂੰ ਜਣਾਉਂਦੇ ਨਹੀਂ, ਮੈਂ ਮੇਰੀ ਨੂੰ ਦੂਰ ਕਰ ਲੈਂਦੇ ਹੈ ਅਤੇ ਸਾਧ ਸੰਗਤ ਵਿੱਚੋਂ ਸਿੱਖਿਆ ਲੈ ਕੇ ਗੁਰਸਿੱਖ ਬਣ ਜਾਂਦੇ ਹੈ।
ਗੁਰ ਸਿੱਖ ਸਭੋ ਸਾਧਨਾ, ਸਾਧ ਸਦਾਏ ਸਾਧ ਸਦਵਾਇਆ। ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਲਈ ਗੁਰਸਿੱਖ ਬਣ ਗਏ, ਉਹਨਾਂ ਦੀ ਸਾਧਨਾ ਘਾਲ ਕਮਾਈ ਬਹੁਤ ਜ਼ਿਆਦਾ ਹੁੰਦੀ ਹੈ। ਗੁਰਸਿੱਖ ਸਭੋ ਸਾਧਨਾ, ਗੁਰੂ ਦੇ ਸਿੱਖਾਂ ਨੇ ਸਾਰੀਆਂ ਸਾਧਨਾ ਦੀ ਸਿੱਧੀ ਨੂੰ ਸਾਧ ਕੇ ਤੇ ਫਿਰ ਆਪਣੇ ਆਪ ਨੂੰ ਸਾਧ ਸਦਵਾਇਆ, ਭਾਵ ਅਖਵਾਇਆ ਹੈ। ਉਹਨਾਂ ਨੂੰ ਸਾਧੂ ਸ੍ਰੇਸ਼ਟ ਤਾਂ ਹੀ ਆਖਿਆ ਜਾਂਦਾ ਹੈ ਕਿਉਂਕਿ ਉਹ ਗੁਰੂ ਦੀ ਸਿੱਖਿਆ 'ਤੇ ਚੱਲਦੇ ਹੈ ਅਤੇ ਉਹਨਾਂ ਦੀ ਜਿਹੜੀ ਘਾਲਣਾ ਘਾਲ ਹੁੰਦੀ ਹੈ ਉਹ ਬੜੀ ਕਠਿਨ ਹੁੰਦੀ ਹੈ। ਕਠਿਨ ਘਾਲਣਾ ਘਾਲ ਕੇ ਫਿਰ ਉਹ ਸਾਧ ਸਦਵਾਉਂਦੇ ਹੈ। ਜਿਵੇਂ ਰੁੱਖ ਧੁੱਪ ਬਰਸਾਤ ਗਰਮੀ ਸਰਦੀ ਸਹਾਰਦਾ ਹੈ, ਆਏ ਗਏ ਰਾਹੀ ਨੂੰ ਛਾਂ ਦਿੰਦਾ ਹੈ, ਫਲ ਦਿੰਦਾ ਹੈ। ਜੇ ਕੋਈ ਵੱਟੇ ਮਾਰੇ ਤਾਂ ਵੀ ਫਲ ਦਿੰਦਾ ਹੈ। ਜੇ ਕੋਈ ਆਰਾ ਲੈ ਕੇ ਕੁਹਾੜਾ ਲੈ ਕੇ ਕੱਟਣ ਆ ਜਾਵੇ ਤਾਂ ਵੀ ਉਹਦੇ ਕਾਰਜ ਰਾਸ ਕਰਦਾ ਹੈ। ਉਹ ਲੱਕੜ ਕੰਮ ਆਉਂਦੀ ਹੈ। ਰੁੱਖ ਦੀ ਸਾਧਨਾ ਵੀ ਹੈ। ਦਰਵੇਸ਼ਾਂ ਨੂੰ ਲੋੜੀਐ ਰੁੱਖਾਂ ਦੀ ਜੀ ਰਾਂਦ। ਬਾਬਾ ਫਰੀਦ ਜੀ ਕਹਿੰਦੇ ਦਰਵੇਸ਼ਾਂ ਨੂੰ, ਰੱਬ ਦੇ ਫਕੀਰਾਂ ਨੂੰ ਰੁੱਖਾਂ ਵਰਗਾ ਜੇਰਾ ਚਾਹੀਦਾ, ਹੌਸਲਾ। ਉਹਦੀ ਬੜੀ ਵੱਡੀ ਸਾਧਨਾ। ਇਸੇ ਤਰ੍ਹਾਂ ਗੁਰਸਿੱਖ ਸਭੋ ਸਾਧਨਾ, ਗੁਰਸਿੱਖ ਸਾਰੇ ਸਾਧਨਾ ਦੀ ਸਿੱਧੀ ਨੂੰ ਸਾਧ ਕੇ ਸਾਧ ਸਦਵਾਇਆ, ਫਿਰ ਉਹ ਹੋਰਾਂ ਦੇ ਪਾਸੋਂ ਆਪਣੇ ਆਪ ਨੂੰ ਸਾਧੂ ਸਦਵਾਉਂਦੇ ਹੈ। ਸਾਧੂ ਕਿਤੇ ਐਵੇਂ ਨਹੀਂ ਬਣਿਆ ਜਾਂਦਾ, ਮਨ ਨੂੰ ਸਾਧਣਾ ਪੈਂਦਾ ਹੈ। ਜਿਹਨੇ ਆਪਣਾ ਮਨ ਸਾਧ ਲਿਆ, ਮਨ ਕਾਬੂ ਵਿੱਚ ਕਰ ਲਿਆ, ਤਾਂ ਉਹਨਾਂ ਗੁਰਸਿੱਖਾਂ ਨੂੰ ਸਾਧ ਆਖਦੇ ਹੈ ਸੰਸਾਰ ਦੇ ਲੋਕ, ਕਿਉਂਕਿ ਸਾਧਨਾ ਬੜੀ ਕਠਿਨ ਕਰਦੇ ਹੈ। ਚਹੁ ਵਰਣਾ ਉਪਦੇਸ ਦੇ, ਮਾਇਆ ਵਿੱਚ ਉਦਾਸ ਰਹਾਇਆ। ਭਾਈ ਗੁਰਦਾਸ ਜੀ, ਤੁਸੀਂ ਸਾਨੂੰ ਇਹ ਦੱਸੋ, ਗੁਰੂ ਸਤਿਗੁਰੂ ਜੀ ਕਿਸੇ ਖਾਸ ਜਾਤੀ ਨੂੰ ਜਾਂ ਵਰਣ ਨੂੰ ਉਪਦੇਸ਼ ਦਿੰਦੇ ਹੈ? ਭਾਈ ਸਾਹਿਬ ਜੀ ਕਹਿੰਦੇ ਨਹੀਂ। ਚਹੁ ਵਰਣਾ ਉਪਦੇਸ਼ ਦੇ, ਸਤਿਗੁਰੂ ਅਰਜੁਨ ਦੇਵ ਮਹਾਰਾਜ ਜੀ ਚੌਹਾਂ ਹੀ ਵਰਨਾਂ ਦੇ ਲੋਕਾਂ ਨੂੰ ਉਪਦੇਸ਼ ਦਿੰਦੇ ਹੈ, ਸਿੱਖਿਆ ਦਿੰਦੇ ਹੈ। ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ ਕੋਈ ਵੀ ਹੋਵੇ, ਉਪਦੇਸ਼ ਚਹੁ ਵਰਨਾਂ ਕੋ ਸਾਂਝਾ। ਚੌਹਾਂ ਵਰਨਾਂ ਵਾਸਤੇ ਗੁਰੂ ਦਾ ਸਾਂਝਾ ਇੱਕੋ ਜਿਹਾ ਉਪਦੇਸ਼ ਹੈ। ਸਾਰਿਆਂ ਨੂੰ ਇੱਕ ਹੀ ਸਿੱਖਿਆ ਹੈ। ਇਹ ਨਹੀਂ ਵੀ ਕਿਸੇ ਖਾਸ ਵਰਣ ਨੂੰ ਕੋਈ ਖਾਸ ਸਿੱਖਿਆ ਦੇ ਦਿੱਤੀ, ਦੂਜੇ ਵਰਣ ਨੂੰ ਕੋਈ ਹੋਰ ਸਿੱਖਿਆ ਦੇ ਦਿੱਤੀ ਵੀ ਤੇਰੇ ਵਾਸਤੇ ਇਹ ਨਹੀਂ, ਤੇਰੇ ਵਾਸਤੇ ਆਹ ਗੱਲਾਂ ਨੇ। ਬਿਲਕੁਲ ਨਹੀਂ। ਗੁਰੂ ਦੀ ਸਿੱਖਿਆ ਸਾਰਿਆਂ ਲਈ ਇੱਕ ਹੈ। ਚੌਹਾਂ ਵਰਣਾਂ ਨੂੰ ਸਤਿਗੁਰੂ ਸਾਹਿਬ ਜੀ ਉਪਦੇਸ਼ ਦਿੰਦੇ ਹੈ, ਮਾਇਆ ਵਿੱਚ ਉਦਾਸ ਰਹਾਇਆ। ਅਤੇ ਗੁਰੂ ਸਾਹਿਬ ਜੀ ਆਪ ਮਾਇਆ ਦੇ ਵਿੱਚ ਉਦਾਸ ਰਹਿੰਦੇ, ਭਾਵ ਮਾਇਆ ਵਿੱਚ ਰਹਿੰਦਿਆਂ ਹੋਇਆਂ ਨਿਰਿਛਿਤ ਰਹਿੰਦੇ ਹੈ। ਮਾਇਆ ਦੀ ਕੋਈ ਇੱਛਾ ਹੀ ਨਹੀਂ ਹੈ, ਮਾਇਆ ਦੇ ਨਾਲ ਕੋਈ ਮੋਹ ਨਹੀਂ ਹੈ, ਕੋਈ ਲਗਾਵ, ਕੋਈ ਪਕੜ ਮਾਇਆ ਦੇ ਨਾਲ ਨਹੀਂ ਹੈ। ਵਰਤਦੇ ਨੇ ਪਰ ਮਨ ਵਿੱਚ ਕੋਈ ਫੁਰਨਾ ਨਹੀਂ ਉਹਨੂੰ ਇਕੱਤਰ ਕਰਨ ਦਾ, ਉਹਨੂੰ ਵਧੇਰੇ ਪ੍ਰਾਪਤ ਕਰਨ ਦਾ। ਮਾਇਆ ਵਿੱਚ ਉਦਾਸ ਰਹਿੰਦੇ ਹੈ। ਧੰਨ ਗੁਰੂ ਅਰਜੁਨ ਦੇਵ ਜੀ। ਸੱਚਹੁ ਓਰੈ ਸਭ ਕੇਹੋ, ਸੱਚ ਨਾਉ ਗੁਰਮੰਤ ਦਿੜਾਇਆ। ਐ ਗੁਰਸਿੱਖੋ, ਸਤਿਗੁਰੂ ਜੀ ਦਾ ਇਹ ਉਪਦੇਸ਼ ਹੈ, ਸੱਚ ਤੋਂ ਉਰੇ ਸਭ ਕੁਝ ਹੈ, ਸੱਚ ਤੋਂ ਪਰੇ ਕੁਝ ਵੀ ਨਹੀਂ। ਜਿੰਨੇ ਸਾਧਨ, ਜਿੰਨੇ ਕਰਮ ਕਾਂਡ, ਇਹ ਸਾਰੇ ਪਰਮਾਤਮਾ ਦੇ ਸੱਚੇ ਨਾਮ ਤੋਂ ਉਰੇ ਹੀ ਨੇ, ਥੱਲੇ ਹੀ ਨੇ। ਪਰਮੇਸ਼ਰ ਦਾ ਨਾਮ ਸਭ ਤੋਂ ਉੱਚਾ, ਸਭ ਤੋਂ ਉੱਤਮ।
ਜਾਂ ਇਉਂ ਕਹਿ ਲਈਏ ਜਿੰਨੇ ਕਰਮ ਧਰਮ ਸਾਧਨ ਉਹ ਤਾਂ ਸਾਰੀਆਂ ਹੇਠਲੀਆਂ ਹੀ ਗੱਲਾਂ ਨੇ। ਪਰਮਾਤਮਾ ਦਾ ਨਾਮ ਸਭ ਤੋਂ ਉੱਪਰ ਹੈ। ਸੱਚੋ ਓਰੈ ਸਭ ਕਿਹੋ। ਓਰੈ ਦਾ ਅਰਥ ਹੁੰਦਾ ਉਰਾਂ। ਪਰਮਾਤਮਾ ਦੇ ਨਾਮ ਤੋਂ ਉਰਲੇ ਪਾਸੇ ਹੀ ਨੇ ਸਾਰੇ। ਪਰਮਾਤਮਾ ਦਾ ਸੱਚਾ ਨਾਮ ਸਭ ਤੋਂ ਉੱਚਾ ਹੈ। ਸੱਚ ਨਾਉ ਗੁਰਮੰਤ ਦਿੜਾਇਆ। ਸੱਚੇ ਨਾਮ ਦਾ ਮੰਤਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਗੁਰਸਿੱਖਾਂ ਨੂੰ ਦ੍ਰਿੜ ਕਰਵਾਇਆ ਹੈ, ਹਿਰਦੇ ਵਿੱਚ ਪੱਕਾ ਕਰਾਇਆ ਹੈ। ਬਾਕੀ ਮਹਾਰਾਜ ਨੇ ਵੇਖਿਆ ਕਿ ਸਭ ਕੁਝ ਨਾਸ਼ਵੰਤ ਹੈ। ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮ ਜਾਗਾਤੀ ਲੂਟੈ। ਨਿਰਵਾਣ ਕੀਰਤਨ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ। ਬਾਕੀ ਕਰਮ ਧਰਮ ਦੀਆਂ ਗੱਲਾਂ ਸਾਰੀਆਂ ਹੀ ਛੋਟੀਆਂ ਨੇ, ਸਾਰੇ ਉਰੇ ਨੇ, ਪਰ ਨਾਮ ਹੀ ਹੈ ਸਭ ਤੋਂ ਮਹਾਨ, ਸਭ ਤੋਂ ਉੱਚਾ। ਅਸੀਂ ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਚਨ ਪੜ੍ਹਦੇ ਹਾਂ, ਸੁਖਮਨੀ ਸਾਹਿਬ ਦੀ ਦੂਜੀ ਅਸ਼ਟਪਦੀ ਆਰੰਭ ਹੁੰਦੀ ਹੈ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢਡੋਲ। ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਆ, ਬਹੁਤ ਸਾਰੇ ਸ਼ਾਸਤਰ ਅਤੇ ਬਹੁਤ ਸਾਰੀਆਂ ਸਿਮਰਤੀਆਂ ਸਾਰੇ ਚੰਗੀ ਤਰ੍ਹਾਂ ਵੇਖੇ ਹੈ, ਚੰਗੀ ਤਰ੍ਹਾਂ ਉਹਨਾਂ ਦੀ ਵਿਚਾਰ ਕੀਤੀ ਹੈ। ਪੂਜਸ ਨਾਹੀ ਹਰ ਹਰੇ। ਪਹਿਲੀ ਗੱਲ, ਇਸ ਪਾਠ ਨੂੰ ਪੂਜਸ ਨਹੀਂ ਬੋਲਣਾ, ਪੋਲਾ ਨਹੀਂ ਬੋਲਣਾ। ਪੂਜਸ, ਪੂਜਸ ਦਾ ਅਰਥ ਹੁੰਦਾ ਪੁੱਜਣਾ। ਜਿਵੇਂ ਕੋਈ ਬੰਦਾ ਕਿੱਥੋਂ ਤੱਕ ਪੁੱਜ ਗਿਆ, ਪਹੁੰਚ ਗਿਆ ਹੈ। ਕੋਈ ਸਫ਼ਰ ਵਿੱਚ ਹੋਵੇ ਨਾ, ਆਪਾਂ ਫੋਨ ਕਰਕੇ ਪੁੱਛਦੇ ਹਾਂ ਕਿੱਥੇ ਤੱਕ ਪਹੁੰਚ ਗਏ, ਉਹ ਕਹਿੰਦਾ ਵੀ ਇੱਥੇ ਪਹੁੰਚ ਗਿਆ। ਸੋ ਕਿਉਂਕਿ ਗੁਰਬਾਣੀ ਪੜ੍ਹਨ ਲੱਗਿਆਂ ਉਹਦਾ ਉਚਾਰਨ ਸ਼ੁੱਧ ਹੋਵੇਗਾ ਤਾਂ ਹੀ ਅਰਥ ਸਪਸ਼ਟ ਹੋਣਗੇ। ਜੇ ਉਚਾਰਨ ਸ਼ੁੱਧ ਨਹੀਂ ਤਾਂ ਅਰਥ ਸਪਸ਼ਟ ਨਹੀਂ ਹੁੰਦੇ। ਜੇ ਤੁਸੀਂ ਪੋਲਾ ਬੋਲ ਦੇਵੋਗੇ, ਪੂਜਸ ਨਾਹੀ ਹਰ ਹਰੇ, ਪੂਜਸ ਦਾ ਅਰਥ ਹੁੰਦਾ ਪੂਜਾ ਕਰਨੀ, ਪਾਠ ਪੂਜਾ ਕਰਨਾ। ਤੋ ਇੱਥੇ ਅਰਥ ਹੈ ਪਹੁੰਚਣਾ, ਉੱਥੋਂ ਤੱਕ ਪੁੱਜ ਨਹੀਂ ਸਕਦੇ ਨਾਮ ਤੱਕ। ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਪਰਮਾਤਮਾ ਦਾ ਨਾਮ ਐਸਾ ਅਮੋਲਕ ਹੈ, ਸ਼ਾਸਤਰ ਸਿਮਰਤੀਆਂ ਇਹਨਾਂ ਦੇ ਵਿਚਾਰ ਕੋਈ ਵੀ ਨਾਮ ਦੇ ਬਰਾਬਰ ਪੁੱਜ ਨਹੀਂ ਸਕਦਾ। ਅਤੇ ਅੱਗੇ ਫਿਰ ਸਤਿਗੁਰੂ ਅਸ਼ਟਪਦੀ ਆਰੰਭ ਕਰਦੇ ਹੈ, ਜਿਹਦੇ ਵਿੱਚ ਨਾਮ ਦੀ ਮਹਿਮਾ ਅਤੇ ਨਾਮ ਨੂੰ ਸਭ ਤੋਂ ਉੱਤਮ ਦੱਸਦੇ ਹੈ। ਬਾਕੀ ਸਭ ਕੁਝ ਉਰੇ ਹੀ ਹੈ। ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਵਖਿਆਨ। ਜਾਪ ਤਾਪ ਗਿਆਨ ਧਿਆਨ, ਖਟ ਸ਼ਾਸਤਰ, ਛੇ ਸ਼ਾਸਤਰ, ਸਿਮਰਤੀਆਂ ਅਤੇ ਇਹਨਾਂ ਦੇ ਵਖਿਆਨ। ਮਹਾਰਾਜ ਕਹਿੰਦੇ ਸਾਰੇ ਉਰੇ ਨੇ, ਨਾਮ ਸਭ ਤੋਂ ਉੱਤਮ ਹੈ। ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਵਖਿਆਨ। ਜੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮੱਧੇ ਫਿਰਿਆ। ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ। ਸਰੀਰ ਕਟਾਏ ਹੋਮੈ ਕਰ ਰਾਤੀ, ਵਰਤ ਨੇਮ ਕਰੈ ਬਹੁ ਭਾਤੀ। ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ। ਸਾਰਿਆਂ ਦੀ ਗਿਣਤੀ ਕੀਤੀ ਮਹਾਰਾਜ ਨੇ, ਕਹਿੰਦੇ ਨਾਮ ਦੇ ਬਰਾਬਰ ਕੁਛ ਨਹੀਂ। ਯੋਗ ਅਭਿਆਸ ਕਰਮ ਧਰਮ ਕਿਰਿਆ, ਕੋਈ ਯੋਗ ਅਭਿਆਸ ਕਰ ਲਵੇ, ਹੋਰ ਕਰਮ ਧਰਮ ਕਿਰਿਆਵਾਂ ਕਰ ਲਵੇ, ਪਰ ਨਾਮ ਦੇ ਬਰਾਬਰ ਨਹੀਂ। ਸਗਲ ਤਿਆਗ ਬਨ ਮੱਧੇ ਫਿਰਿਆ, ਸਾਰਾ ਕੁਝ ਛੱਡ ਕੇ, ਘਰ-ਬਾਰ ਛੱਡ ਕੇ, ਸਾਕ ਸੰਬੰਧੀ ਰਿਸ਼ਤੇਦਾਰ ਛੱਡ ਕੇ ਜੰਗਲਾਂ ਵਿੱਚ ਫਿਰਦਾ ਰਹੇ। ਮੈਂ ਇੱਥੇ ਸਾਧਨਾ ਕਰਦਾ ਹਾਂ,
ਮਹਾਰਾਜ ਕਹਿੰਦੇ ਜੋ ਮਰਜ਼ੀ ਕਰ ਲਵੇ ਪਰ ਨਾਮ ਦੇ ਬਰਾਬਰ ਕੁਛ ਨਹੀਂ। ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਵੇਂ ਬਹੁ ਰਤਨਾ। ਕਈ ਤਰ੍ਹਾਂ ਦੇ ਯਤਨ ਕਰ ਲਵੇ, ਪੁੰਨ ਦਾਨ ਕਰ ਲਵੇ, ਹਵਨ ਕਰ ਲਵੇ, ਸਰੀਰ ਕਟਾਏ ਹੋਵੇਂ ਕਰ ਰਾਤੀ। ਇੱਥੋਂ ਤੱਕ ਕਿ ਸਰੀਰ ਨੂੰ ਛੋਟੇ ਛੋਟੇ ਟੁਕੜੇ ਕਰਵਾ ਕੇ ਤੇ ਉਹਦਾ ਹਵਨ ਕਰ ਦਵੇ, ਅੱਗ 'ਚ ਸਾੜ ਦਵੇ, ਇੰਨਾ ਕੁਝ ਕਰ ਦਵੇ ਪਰ ਨਾਮ ਦੇ ਬਰਾਬਰ ਨਹੀਂ। ਸਰੀਰ ਕਟਾਏ ਹੋਵੇਂ ਕਰ ਰਾਤੀ, ਵਰਤ ਨੇਮ ਕਰੇ ਬਹੁ ਭਾਤੀ। ਕਈ ਤਰ੍ਹਾਂ ਦੇ ਵਰਤ ਰੱਖੇ, ਨੇਮ ਕਰੇ, ਨਹੀਂ ਤੁਲ ਰਾਮ ਨਾਮ ਵਿਚਾਰ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਪਰਮਾਤਮਾ ਦੇ ਨਾਮ ਦੀ ਵਿਚਾਰ ਦੇ ਬਰਾਬਰ ਕੁਛ ਵੀ ਨਹੀਂ, ਜੋ ਮਰਜ਼ੀ ਕਰ ਲਵੇ। ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ। ਇਸ ਲਈ ਗੁਰੂ ਦੀ ਚਰਨ ਸ਼ਰਨ ਵਿੱਚ ਪੈ ਕੇ ਗੁਰੂ ਸਾਹਿਬ ਤੋਂ ਨਾਮ ਦੀ ਦਾਤ ਪ੍ਰਾਪਤ ਕਰਕੇ ਨਾਮ ਜ਼ਰੂਰ ਜਪੋ। ਨਾਮ ਦੇ ਵਿੱਚ ਹੀ ਸਾਰੀਆਂ ਬਰਕਤਾਂ ਨੇ, ਨਾਮ ਦੇ ਬਰਾਬਰ ਕੁਛ ਨਹੀਂ। ਭਾਈ ਗੁਰਦਾਸ ਸਾਹਿਬ ਜੀ ਇਸ ਪੰਕਤੀ ਵਿੱਚ ਕਥਨ ਕਰ ਰਹੇ ਨੇ, ਸੱਚਹੁ ਓਰੈ ਸਭ ਕਿਹੋ। ਸਤਿਗੁਰੂ ਇਹ ਸਾਨੂੰ ਉਪਦੇਸ਼ ਦਿੰਦੇ ਹੈ ਵੀ ਸਾਰਾ ਕੁਝ ਸੱਚੇ ਨਾਮ ਤੋਂ ਉਰਾ ਹੀ ਹੈ। ਨਾਮ ਦੇ ਬਰਾਬਰ, ਨਾਮ ਦੀ ਬਰਾਬਰਤਾ ਕੋਈ ਨਹੀਂ ਕਰ ਸਕਦਾ। ਸੱਚ ਨਾਉ ਗੁਰਮੰਤ ਦਿੜਾਇਆ। ਸੱਚਾ ਨਾਮ ਇਹ ਗੁਰਮੰਤਰ ਗੁਰੂ ਸਾਹਿਬ ਨੇ ਗੁਰਸਿੱਖਾਂ ਨੂੰ ਦ੍ਰਿੜ ਕਰਵਾਇਆ ਹੈ। ਹੁਕਮੈ ਅੰਦਰ ਸਭ ਕੋ ਮੰਨੈ, ਹੁਕਮ ਸੋ ਸੱਚ ਸਮਾਇਆ। ਗੁਰੂ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਇਹ ਸਿੱਖਿਆ ਦਿੱਤੀ ਹੈ, ਹੁਕਮੈ ਅੰਦਰ ਸਭ ਕੋ। ਸਾਰਾ ਕੁਝ ਪਰਮਾਤਮਾ ਦੇ ਹੁਕਮ ਦੇ ਵਿੱਚ ਹੈ। ਅਸੀਂ ਰੋਜ਼ ਜਪਜੀ ਸਾਹਿਬ ਦੀ ਜਦੋਂ ਬਾਣੀ ਪੜ੍ਹਦੇ ਹਾਂ, ਨਿਤਨੇਮ ਕਰਦੇ ਹਾਂ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਏ। ਸਾਰਾ ਕੁਝ ਉਹਦੇ ਹੁਕਮ ਦੇ ਵਿੱਚ ਹੈ। ਕੀ ਚੰਦ, ਕੀ ਸੂਰਜ, ਕੀ ਤਾਰੇ, ਗ੍ਰਹਿ, ਨਛੱਤਰ, ਇਹ ਧਰਤੀ, ਇਹ ਬਨਸਪਤੀ, ਸਾਰਾ ਕੁਝ ਉਹਦੇ ਹੁਕਮ ਦੇ ਵਿੱਚ ਹੈ, ਉਹਦੇ ਭੈ ਵਿੱਚ ਨੇ, ਸਾਰੇ ਉਹਦੇ ਹੁਕਮ ਦੇ ਵਿੱਚ ਚੱਲ ਰਹੇ ਨੇ। ਮੰਨੈ ਹੁਕਮ ਸੋ ਸੱਚ ਸਮਾਇਆ। ਅਤੇ ਜਿਹੜਾ ਪਰਮਾਤਮਾ ਦਾ ਹੁਕਮ ਮਿੱਠਾ ਕਰਕੇ ਮੰਨ ਲੈਂਦਾ ਹੈ, ਉਹ ਫਿਰ ਸੱਚੇ ਪ੍ਰਭੂ ਦੇ ਵਿੱਚ ਅਭੇਦ ਹੋ ਜਾਂਦਾ, ਉਹਦੇ ਵਿੱਚ ਸਮਾ ਜਾਂਦਾ ਹੈ। ਜਾਂ ਜਿਹੜਾ ਗੁਰੂ ਦਾ ਹੁਕਮ ਮੰਨ ਲੈਂਦਾ ਹੈ, ਗੁਰੂ ਦਾ ਭਾਣਾ ਮੰਨ ਲੈਂਦਾ ਹੈ, ਉਹ ਸੱਚੇ ਪਰਮਾਤਮਾ ਦੇ ਵਿੱਚ ਸਮਾ ਜਾਂਦਾ ਹੈ। ਸ਼ਬਦ ਸੁਰਤ ਲਿਵ ਅਲਖ ਲਖਾਇਆ। ਸ਼ਬਦ ਦੀ ਗਿਆਤ ਦੀ ਜਿਹੜੀ ਸਮਾਧੀ ਹੈ ਨਾ, ਇਹ ਸਮਾਧੀ ਅਲਖ ਪਰਮਾਤਮਾ ਨੂੰ ਲਿਖਾ ਦਿੰਦੀ ਹੈ, ਜਣਾ ਦਿੰਦੀ ਹੈ। ਜਿਹੜੇ ਸ਼ਬਦ ਦੀ ਗਿਆਤ ਦੇ ਵਿੱਚ ਜੁੜਦੇ ਹੈ, ਉਹਨਾਂ ਨੂੰ ਅਲਖ ਪਰਮਾਤਮਾ ਗੁਰੂ ਨੇ ਲਿਖਾ ਦਿੱਤਾ, ਮਤਲਬ ਜਣਾ ਦਿੱਤਾ, ਉਹਦੇ ਬਾਰੇ ਸਮਝਾ ਦਿੱਤਾ। ਉਹ ਪਰਮਾਤਮਾ ਨੂੰ ਜਾਣ ਗਏ, ਪ੍ਰਭੂ ਬਾਰੇ ਜਾਣ ਗਏ, ਅਤੇ ਫਿਰ ਪ੍ਰਭੂ ਦੇ ਚਰਨਾਂ ਵਿੱਚ ਸਦਾ ਲਈ ਉਹ ਲੀਨ ਰਹਿੰਦੇ ਹੈ। ਸੋ ਇਸ ਪਹਿਲੀ ਪੌੜੀ ਦੇ ਵਿੱਚ ਮੰਗਲਾਚਰਨ ਕਰਦੇ ਹਾਂ, ਭਾਈ ਗੁਰਦਾਸ ਸਾਹਿਬ ਜੀ ਨੇ ਦੱਸਿਆ ਹੈ ਕਿ ਜਿਹੜਾ ਗੁਰੂ ਕਾ ਸਿੱਖ ਹੈ ਉਹ ਆਪ ਤਰਦਾ ਹੈ ਅਤੇ ਹੋਰਨਾਂ ਨੂੰ ਵੀ ਸੰਸਾਰ ਸਾਗਰ ਤੋਂ ਤਾਰ ਲੈਂਦਾ ਹੈ। ਆਪ ਗੁਰੂ ਦਾ ਹੁਕਮ ਮੰਨਦਾ ਹੈ, ਪਰਮਾਤਮਾ ਦੇ ਭਾਣੇ ਨੂੰ ਸਤ ਬਚਨ ਕਹਿ ਕੇ ਸਵੀਕਾਰ ਕਰਦਾ ਹੈ, ਅਤੇ ਗੁਰੂ ਸਾਹਿਬ ਜਿਵੇਂ ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੰਦੇ ਹੈ, ਇਸੇ ਤਰ੍ਹਾਂ ਗੁਰਸਿੱਖ ਵੀ ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੰਦਾ ਹੈ। ਅਤੇ ਇੱਕ ਪਰਮਾਤਮਾ ਦੇ ਵਿੱਚ ਜੋ ਸੱਚ ਇੱਕ ਵਸਤੂ ਹੈ, ਬਾਕੀ ਸਭ ਕੁਝ ਉਹਦੇ ਤੋਂ ਨੀਵਾਂ ਹੈ, ਉਸ ਸੱਚ ਦੇ ਨਾਲ ਗੁਰਸਿੱਖ ਜੁੜਿਆ ਰਹਿੰਦਾ ਹੈ ਅਤੇ ਇੱਕ ਦੇ ਵਿੱਚ ਅਭੇਦ ਹੋ ਜਾਂਦਾ ਹੈ। ਇਹ ਜਿਹੜੀ ਪਹਿਲੀ ਮੰਗਲਾਚਰਨ ਵਾਲੀ ਪੌੜੀ ਹੈ ਨਾ, ਇੱਕ ਦੇ ਵਿੱਚ ਅਭੇਦ ਹੋਇਆ, ਇੱਕ ਗਿਣਤੀ ਦੀ ਗੱਲ ਕੀਤੀ। ਪਰਮਾਤਮਾ ਇੱਕ ਹੈ, ਗੁਰਸਿੱਖ ਇੱਕ ਦੇ ਵਿੱਚ ਅਭੇਦ ਹੋ ਜਾਂਦਾ ਹੈ। ਹੁਣ ਅਗਲੀ ਜਿਹੜੀ ਦੂਜੀ ਪੌੜੀ ਹੈ ਨਾ, ਉਹਦੇ ਵਿੱਚ 2 ਦੀ ਗਿਣਤੀ ਕਰਨਗੇ। ਸ਼ਾਇਦ ਤੁਸੀਂ ਇਸ ਗੱਲ ਨੂੰ ਪਕੜ ਕਰਦੇ ਹੋਵੋ, ਸਮਝਦੇ ਹੋਵੋ। 2 ਦੀ ਗਿਣਤੀ, ਜਿਵੇਂ ਦੁੱਖ ਸੁੱਖ 2 ਹੁੰਦੇ,
दिन रात, आउणा जाणा, ये शब्द दो दो ने। गुरसिख इन्हां सारियां तो अगे लंघ गए। फिर तीजी पौड़ी 'च तिन की गिणती करनगे। तिन किहड़ियां किहड़ियां चीज़ां गुरसिख उन्हां तो भी अगे लंघ गए। सो हुण दो की गिणती करके भाई गुरदास साहिब जी गुरमुखां की अवस्था दसदे है, नाले उन्हां दी महिमा करदे है। सिव सकती नो साध कै, चंद सूरज देहों रात सधाए। ਜਿਹੜੇ ਗੁਰਮੁਖ ਨੇ ਗੁਰਸਿੱਖ, ਗੁਰਮੁਖਾਂ ਨੇ ਸਿਵ ਤੇ ਸ਼ਕਤੀ ਨੂੰ ਸਾਧ ਲਿਆ ਹੈ। ਸਿਵ ਹੈ ਤਮੋ ਗੁਣ ਤੇ ਸ਼ਕਤੀ ਹੈ ਸਤੋ ਗੁਣ। ਅਖਰੀ ਅਰਥ ਇਹਦਾ ਸ਼ਿਵ ਤੋਂ ਭਾਵ ਸ਼ਿਵ ਜੀ ਤੇ ਸ਼ਕਤੀ ਤੋਂ ਭਾਵ ਪਾਰਬਤੀ। ਉਥੋਂ ਸੁਭਾਅ ਦੀ ਗੱਲ ਕੀਤੀ ਹੈ। ਸ਼ਿਵ ਜੀ ਤਮੋ ਗੁਣੀ ਹੈ, ਸ਼ਕਤੀ ਪਾਰਬਤੀ ਸਤੋ ਗੁਣੀ ਹੈ। ਤੋ ਇਹ ਬੰਦੇ ਦਾ ਸੁਭਾਅ ਹੈ ਤਮੋ ਗੁਣ, ਗੁੱਸੇ ਵਾਲਾ ਸੁਭਾਅ। ਤਮੋ ਗੁਣੀ ਬੰਦਾ ਉਹ ਬਾਹਲਾ ਚਰਪਰਾ ਖਾਂਦਾ ਹੈ। ਜੇ ਸਬਜ਼ੀ 'ਚ ਜਾਂ ਕਿਸੇ ਖਾਣ ਵਾਲੀ ਚੀਜ਼ 'ਚ ਲੂਣ ਮਿਰਚ ਘੱਟ ਹੋਵੇ ਨਾ, ਉਹ ਕਹਿੰਦਾ ਹੋਰ ਪਾਓ। ਉਹ ਬਹੁਤ ਤਿੱਖੀ ਮਿਰਚ ਖਾਂਦਾ ਹੈ ਤਮੋ ਗੁਣੀ ਬੰਦਾ। ਉਹਦਾ ਸੁਭਾਅ ਇਸ ਤਰ੍ਹਾਂ ਦਾ ਫਿਰ ਬਣ ਜਾਂਦਾ ਹੈ। ਖਾਣ ਪੀਣ ਅਤੇ ਪਹਿਨਣ ਦੇ ਉੱਤੇ ਵੀ ਤਮੋ ਗੁਣ ਦਾ ਅਸਰ ਹੁੰਦਾ ਹੈ। ਸਤੋ ਗੁਣੀ ਜਿਹੜਾ ਹੈ ਉਹ ਲੂਣ ਮਿਰਚ ਵੀ ਘੱਟ ਖਾਵੇਗਾ, ਬਿਲਕੁਲ ਫਿੱਕਾ, ਤਿੱਖੀ ਮਿਰਚ ਨਹੀਂ ਖਾਂਦਾ, ਉੱਤੋਂ ਖਾਧੀ ਨਹੀਂ ਜਾਂਦੀ। ਉਹਦਾ ਸੁਭਾਅ ਵੀ ਸ਼ਾਂਤ ਰਹਿਣ ਵਾਲਾ ਹੈ। ਉਹ ਇੱਕਦਮ ਕ੍ਰੋਧੀ ਨਹੀਂ ਹੁੰਦਾ, ਇੱਕਦਮ ਗੁੱਸੇ ਵਿੱਚ ਨਹੀਂ ਆਉਂਦਾ। ਸੋ ਇਹ ਕੁਝ ਸੁਭਾਅ ਨੇ, ਇਹ ਕੁਝ ਗੁਣ ਨੇ। ਸਿਵ ਸ਼ਕਤੀ ਨੂੰ ਸਾਧ ਕੇ, ਜਿਹੜੇ ਗੁਰਮੁਖ ਨੇ ਉਹਨਾਂ ਗੁਰਮੁਖਾਂ ਨੇ ਸਤੋ ਤੇ ਤਮੋ ਗੁਣ ਨੂੰ ਸਾਧ ਕੇ, ਭਾਵ ਇਹਨੂੰ ਜਿੱਤ ਕੇ, ਚੰਦ ਸੂਰਜ ਦੇਹੋਂ ਰਾਤ ਸਦਾਏ। ਚੰਦ ਸੂਰਜ ਦਿਨ ਰਾਤ ਇਹ ਸਾਧ ਲਏ ਹੈ। ਸਦਾਏ ਤੋਂ ਭਾਵ ਇਹ ਜਿੱਤ ਲਏ ਹੈ। ਰਜਗੁਣ ਤਮ ਗੁਣ ਸਤਗੁਣ ਕਹੀਐ, ਇਹ ਤੇਰੀ ਸਭ ਮਾਇਆ। ਚੌਥੇ ਪਦ ਕੋ ਜੋ ਨਰ ਚੀਨੈ, ਤਿਨ ਹੀ ਪਰਮ ਪਦ ਪਾਇਆ। ਇਕੱਲੇ ਦੋ ਨਹੀਂ, ਉਹ ਤਾਂ ਇਹਨਾਂ ਸਾਰਿਆਂ ਤੋਂ ਰਜੋ ਤਮੋ ਸਤੋ ਤੋਂ ਅੱਗੇ ਲੰਘ ਗਏ ਹੈ। ਚੌਥੀ ਅਵਸਥਾ ਤੁਰੀਆ ਅਵਸਥਾ ਵਿੱਚ ਸਹਿਜ ਪਦ ਦੇ ਵਿੱਚ ਬਿਰਾਜਦੇ ਹੈ। ਸੋ ਗੁਰਸਿੱਖ ਜਿਹੜੇ ਨੇ ਸਤੋ ਤੇ ਤਮੋ ਨੂੰ ਜਿੱਤ ਕੇ ਚੰਦ ਸੂਰਜ ਇਹਨੂੰ ਵੀ ਜਿੱਤ ਲਿਆ ਹੈ। ਸੂਰਜ ਬਹੁਤ ਤਪਸ਼ ਛੱਡਦਾ ਹੈ। ਉਹ ਇੰਨਾ ਤੱਤਾ ਹੈ ਵੀ ਅੱਜ ਤੱਕ ਕੋਈ ਉਹਦੇ ਕੋਲ ਪਹੁੰਚ ਨਹੀਂ ਸਕਿਆ। ਕੋਈ ਜਾਵੇਗਾ ਉਹਨੂੰ ਸਾੜ ਕੇ ਸਵਾਹ ਕਰ ਦੇਵੇਗਾ, ਤੇ ਨਾ ਬੰਦਾ ਕਦੇ ਉੱਥੇ ਜਾ ਸਕਦਾ ਹੈ। ਕੋਈ ਇਹੋ ਜਿਹੀ ਵਸਤੂ ਨਹੀਂ, ਕੋਈ ਇਹੋ ਜਿਹੀ ਧਾਤ ਨਹੀਂ, ਉਹ ਤਾਂ ਪਹੁੰਚ ਹੀ ਨਹੀਂ ਪਾਉਣੀ, ਉਹਦੇ ਤੋਂ ਉਰਾਂ ਹੀ ਪਿਘਲ ਜਾਣੀ ਹੈ। ਸੂਰਜ ਉਹਦੇ ਵਿੱਚ ਤਪਸ਼ ਹੈ, ਚੰਦਰਮਾ ਉਹਦੇ ਵਿੱਚ ਸ਼ੀਤਲਤਾ ਹੈ, ਅਤੇ ਲੋਕਾਂ ਨੇ ਉਹਦੇ 'ਤੇ ਆਪਣਾ ਪੈਰ ਰੱਖ ਲਿਆ, ਕਦਮ ਟਿਕਾ ਲਿਆ ਹੈ। ਸਾਇੰਸਦਾਨਾਂ ਨੇ ਇੰਨਾ ਵੀ ਤੱਤਾ ਨਾ ਹੋ ਵੀ ਤੇਰੇ ਤੱਕ ਕੋਈ ਪਹੁੰਚ ਹੀ ਨਾ ਸਕੇ, ਅਤੇ ਇੰਨਾ ਵੀ ਸ਼ੀਤਲ ਨਾ ਹੋ ਕਿ ਲੋਕ ਤੇਰੇ ਉੱਤੇ ਪੈਰ ਰੱਖੀ ਜਾਣ। ਸੋ ਗੁਰਸਿੱਖ ਜਿਹੜੇ ਨੇ ਚਾਂਦ ਅਤੇ ਸੂਰਜ ਇਹਨਾਂ ਨੂੰ ਵੀ ਜਿੱਤ ਲਿਆ। ਉਹ ਇਹਦੇ ਤੋਂ ਵੀ ਅੱਗੇ ਲੰਘ ਗਏ ਹੈ। ਦੇਹੋਂ ਰਾਤ, ਦਿਨ ਅਤੇ ਰਾਤ ਇਹਨੂੰ ਵੀ ਸਾਧ ਲਿਆ ਹੈ। ਦਿਨ ਰਾਤ ਨੂੰ ਵੀ ਜਿੱਤ ਲਿਆ ਹੈ। ਉਹ ਉਸ ਅਵਸਥਾ ਵਿੱਚ ਰਹਿੰਦੇ ਹੈ ਜਿੱਥੇ ਨਾ ਦਿਨ ਹੈ, ਨਾ ਰਾਤ ਹੈ, ਨਾ ਚੰਦ ਹੈ, ਨਾ ਸੂਰਜ ਹੈ। ਉਹ ਅਵਸਥਾ ਦਾ ਜ਼ਿਕਰ ਹੈ। ਸੋ ਇਹ ਦੋ ਦੋ ਨੇ, ਰਜੋ ਤਮੋ ਆਪਣਾ ਸਿਵ ਸ਼ਕਤੀ, ਤਮੋ ਅਤੇ ਸਤੋ ਨੂੰ ਜਿੱਤ ਲਿਆ ਹੈ, ਚੰਦ ਸੂਰਜ ਨੂੰ, ਦਿਨ ਰਾਤ ਇਹਨਾਂ ਸਾਰਿਆਂ ਨੂੰ ਸਾਧ ਲਿਆ। ਭਾਵ ਸਾਰਿਆਂ ਦੇ ਉੱਤੇ ਗੁਰਸਿੱਖ ਬਲੀ ਹਨ, ਬਲਵਾਨ ਹਨ। ਸੁਖ ਦੁਖ ਸਾਧੇ ਹਰਖ ਸੋਗ, ਨਰਕ ਸੁਰਗ ਪੁੰਨ ਪਾਪ ਲੰਘਾਏ। ਸੁਖ ਦੁੱਖ ਇਹਨਾਂ ਨੂੰ ਵੀ ਸਾਧ ਲਿਆ, ਜਿੱਤ ਲਿਆ ਹੈ। ਇਹ ਨਹੀਂ ਵੀ ਸੁੱਖ ਆ ਗਿਆ
ਫਿਰ ਰੱਬ ਨੂੰ ਭੁੱਲ ਗਏ, ਦੁੱਖ ਆ ਗਿਆ ਰੱਬ ਨੂੰ ਉਲਾਂਭੇ। ਇਹੋ ਜਿਹੀ ਗੱਲ ਹੀ ਨਹੀਂ। ਸੁੱਖ ਦੁੱਖ ਤੋਂ ਅੱਗੇ ਲੰਘ ਗਏ। ਸੁਭਾਵਿਕ ਸੁੱਖ ਆ ਜਾਏ, ਦੁੱਖ ਆ ਜਾਏ, ਇੱਕ ਰਸ ਰਹਿੰਦੇ ਆ। ਸੁੱਖਾਂ ਵਿੱਚ ਵੀ ਰੱਬ ਨੂੰ ਚੇਤੇ ਕਰਦੇ ਆ, ਦੁੱਖਾਂ ਵਿੱਚ ਵੀ। ਉਹ ਸੁੱਖ ਦੁੱਖ ਤੋਂ ਅੱਗੇ ਲੰਘ ਗਏ ਹੈ। ਹਰਖ ਸੋਗ, ਖੁਸ਼ੀ ਗਮੀ, ਉਹ ਇਹਦੇ ਤੋਂ ਵੀ ਅੱਗੇ ਲੰਘ ਗਏ। ਖੁਸ਼ੀ ਗਮੀ ਨੂੰ ਵੀ ਜਿੱਤ ਲਿਆ ਹੈ। ਲੋਕ ਖੁਸ਼ੀ ਵਿੱਚ ਨਖਿੱਧ ਕਰਮ ਕਰਨ ਲੱਗ ਪੈਂਦੇ ਹੈ ਅਤੇ ਗਮ ਦੇ ਵਿੱਚ ਇੰਨੇ ਗਮਗੀਨ ਹੋ ਜਾਂਦੇ ਹੈ, ਤਨ ਨੂੰ ਰੋਗ ਲਾ ਲੈਂਦੇ ਹੈ। ਮਹਾਰਾਜ ਕਹਿੰਦੇ, ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਹਰਖ ਸੋਗ ਤੋਂ, ਉਹ ਖੁਸ਼ੀ ਗਮੀ ਤੋਂ ਉੱਪਰ ਲੰਘ ਗਏ ਹੈ। ਜਿੱਤ ਲਿਆ ਹੈ ਉਹਨਾਂ ਨੇ ਖੁਸ਼ੀ ਗਮੀ ਨੂੰ। ਨਰਕ ਸੁਰਗ ਪੁੰਨ ਪਾਪ ਲੰਘਾਏ। ਨਰਕ ਸੁਰਗ ਅਤੇ ਪੁੰਨ ਪਾਪ, ਇਹਨਾਂ ਤੋਂ ਵੀ ਅੱਗੇ ਲੰਘ ਗਏ ਹੈ। ਨਰਕ ਸੁਰਗ ਦੀ ਕੋਈ ਇੱਛਾ ਹੀ ਨਹੀਂ। ਜਿਵੇਂ ਬਾਬਾ ਕਬੀਰ ਜੀ ਦਾ ਅਸੀਂ ਬਚਨ ਪੜ੍ਹਦੇ ਹਾਂ, ਕਬੀਰ ਨਰਕ ਸੁਰਗ ਤੇ ਮੈਂ ਰਹਿਓ ਸਤਿਗੁਰ ਕੇ ਪ੍ਰਸਾਦ, ਚਰਨ ਕਮਲ ਕੀ ਮੌਜ ਮਹਿ ਰਹੋ ਅੰਤ ਅਰ ਆਦ। ਕਹਿੰਦੇ ਨਾ ਮੈਂ ਨਰਕਾਂ 'ਚ ਜਾਣਾ, ਨਾ ਮੈਂ ਸੁਰਗਾਂ 'ਚ ਜਾਣਾ, ਮੈਂ ਤਾਂ ਗੁਰੂ ਸਾਹਿਬ ਦੇ ਚਰਨਾਂ ਕਮਲਾਂ ਦੇ ਵਿੱਚ ਰਹਿਣਾ ਹੈ। ਕਬੀਰ ਚਰਨ ਕਮਲ ਕੀ ਮੌਜ ਕਉ ਕਹਿ ਕੈਸੇ ਉਨਮਾਨ, ਕਹਿਵੇ ਕਉ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਕਹਿੰਦੇ ਜੋ ਆਨੰਦ, ਜੋ ਸੁੱਖ ਗੁਰੂ ਦੇ ਚਰਨਾਂ ਦੇ ਵਿੱਚ ਹੈ ਨਾ, ਕਿਤੇ ਨਹੀਂ ਹੈ। ਤੋ ਗੁਰਸਿੱਖ ਦੀ ਇਹ ਮੰਜ਼ਿਲ ਵੀ ਨਹੀਂ ਹੈ, ਸੁਰਗ ਅਤੇ ਨਰਕ। ਗੁਰਸਿੱਖ ਦੀ ਮੰਜ਼ਿਲ ਤਾਂ ਅਭੇਦਤਾ ਹੈ। ਜੋਤ ਵਿੱਚ ਜੋਤ ਦਾ ਮਿਲ ਜਾਣਾ, ਇਹ ਮੰਜ਼ਿਲ ਹੈ ਸਿੱਖ ਦੀ। ਸੋ ਨਰਕ ਸੁਰਗ ਇਹਨਾਂ ਨੂੰ ਵੀ ਛੱਡ ਦਿੱਤਾ। ਇਹਨਾਂ ਸਾਰਿਆਂ ਤੋਂ ਅੱਗੇ ਲੰਘ ਗਏ ਹੈ। ਪੁੰਨ ਪਾਪ ਤੋਂ ਵੀ ਅੱਗੇ ਲੰਘ ਗਏ ਆ ਗੁਰੂ ਕੇ ਸਿੱਖ। ਨਾ ਉਹਨਾਂ ਨੂੰ ਪੁੰਨ ਨਾ ਪਾਪ, ਸਾਰਿਆਂ ਤੋਂ ਅੱਗੇ ਹਨ। ਜਨਮ ਮਰਨ ਜੀਵਨ ਮੁਕਤ, ਭਲਾ ਬੁਰਾ ਮਿੱਤਰ ਸੱਤਰ ਨਿਭਾਏ। ਜੰਮਣ ਮਰਨ, ਇਹ ਵੀ ਇਹਦੇ ਤੋਂ ਵੀ ਅੱਗੇ ਲੰਘ ਗਏ ਹੈ। ਨਾ ਜੰਮਣ ਵਿੱਚ ਹਨ, ਨਾ ਮਰਨ ਵਿੱਚ ਹਨ। ਗੁਰਮੁਖ ਆਵੇ ਜਾਏ ਨਿਸੰਗ, ਸੰਸਾਰ ਦੇ ਭਲੇ ਲਈ ਆਉਂਦੇ ਹੈ, ਭਲਾ ਕਰਕੇ ਤੁਰ ਜਾਂਦੇ ਹੈ। ਨਾ ਜੰਮਦੇ ਨਾ ਮਰਦੇ ਹੈ। ਜੰਮਣ ਜਨਮ ਮਰਨ ਜੀਵਨ ਮੁਕਤ। ਭਾਈ ਗੁਰਦਾਸ ਜੀ ਕਹਿੰਦੇ ਨੇ ਜਨਮ ਮਰਨ ਗੁਰਸਿੱਖਾਂ ਦਾ ਮੁੱਕ ਗਿਆ ਹੈ, ਉਹ ਜੀਵਨ ਮੁਕਤ ਹਨ, ਜੀਵਨ ਮੁਕਤ ਹੋਏ ਨੇ। ਨਾ ਜਨਮ ਦੀ ਨਾ ਮਰਨ ਦੀ ਉਹਨਾਂ ਨੂੰ ਕੋਈ ਚਿੰਤਾ ਨਹੀਂ। ਭਲਾ ਬੁਰਾ ਮਿੱਤਰ ਸੱਤਰ ਨਿਭਾਏ। ਭਲਾ ਬੁਰਾ ਮਿੱਤਰ ਦੁਸ਼ਮਣ ਸਾਰੇ ਹੀ ਉਹਨਾਂ ਨੇ ਨਿਭਾ ਲਏ ਹੈ, ਝੁਕਾ ਲਏ ਹੈ। ਮਿੱਤਰ ਵੀ ਅੱਗੇ ਝੁਕਦੇ ਹੈ, ਦੁਸ਼ਮਣ ਵੀ ਅੱਗੇ ਝੁਕਦੇ ਹੈ। ਭਲਾ ਬੁਰਾ ਸਭ ਕੁਝ ਉਹਨਾਂ ਨੇ ਝੁਕਾ ਲਿਆ ਹੈ। ਰਾਜ ਜੋਗ ਜਿਣ ਵਸ ਕਰ, ਸਾਧ ਸੰਜੋਗ ਵਿਜੋਗ ਰਹਾਏ। ਰਾਜ ਜੋਗ, ਰਾਜ, ਰਾਜ ਦਾ ਅਰਥ ਤਾਂ ਸਪਸ਼ਟ ਹੈ, ਜਿਵੇਂ ਰਾਜ ਭਾਗ ਮੰਨਣਾ, ਅਤੇ ਜੋਗ ਰੱਬ ਦੇ ਚਰਨਾਂ 'ਚ ਜੁੜਨਾ। ਰਾਜ ਜੋਗ ਜਿਣ ਵਸ ਕਰ, ਰਾਜ ਜੋਗ ਨੂੰ ਜਿੱਤ ਕੇ ਆਪਣੇ ਵਸ ਵਿੱਚ ਕਰ ਲਿਆ ਹੈ। ਰਾਜ ਜੋਗ ਦੋਵੇਂ ਉਹਨਾਂ ਦੇ ਵਸ ਵਿੱਚ ਹਨ। ਉਹ ਚਾਹੁਣ ਜਦੋਂ ਮਰਜ਼ੀ, ਜਿੱਥੇ ਮਰਜ਼ੀ ਇਹਨਾਂ ਨੂੰ ਕੋਲ ਰੱਖ ਲੈਣ, ਇਹਨਾਂ ਨੂੰ ਛੱਡ ਕੇ ਅੱਗੇ ਲੰਘ ਜਾਣ। ਸੋ ਰਾਜ ਵੀ ਉਹਨਾਂ ਦੇ ਹੱਥ ਵਿੱਚ ਅਤੇ ਜੋਗ ਵੀ ਉਹਨਾਂ ਦੇ ਹੱਥ ਵਿੱਚ, ਆਪਣੇ ਵਸ ਵਿੱਚ ਕੀਤਾ ਹੋਇਆ ਹੈ। ਇਹ ਨਹੀਂ ਵੀ ਉਹ ਰਾਜ ਕਰ ਨਹੀਂ ਸਕਦੇ, ਉਹ ਤਾਂ ਉਹਨਾਂ ਦੇ ਵਸ ਵਿੱਚ ਹੈ, ਮੌਜ ਹੈ। ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਅਤੇ ਜਿਹੜੀ ਚੀਜ਼ ਹੈ ਵਸ ਵਿੱਚ, ਜਦੋਂ ਚਾਹੁਣ ਉਹ ਉਸ ਨੂੰ ਆਪਣੇ ਅਨੁਕੂਲ ਬਣਾ ਕਰਕੇ ਵਰਤ ਸਕਦੇ ਹੈ। ਸੋ ਰਾਜ ਅਤੇ ਜੋਗ ਨੂੰ ਗੁਰਸਿੱਖਾਂ ਨੇ ਵਸ ਵਿੱਚ ਕਰ ਲਿਆ ਹੈ। ਸਾਧ ਸੰਜੋਗ, ਸਾਧ ਸੰਜੋਗ ਦਾ ਅਰਥ ਜਿਹੜੇ ਸੰਜੋਗ ਭਲੇ ਨੇ, ਅਤੇ ਵਿਜੋਗ, ਵਿਜੋਗ ਬੁਰਾ ਹੁੰਦਾ ਹੈ, ਵਿਛੋੜਾ। ਭਲਾ ਸੰਜੋਗ ਅਤੇ ਬੁਰਾ ਜਿਹੜਾ ਵਿਛੋੜਾ ਹੈ, ਉਹਦੇ ਤੋਂ ਰਹਿ ਗਏ ਨੇ। ਸੰਜੋਗ ਵਿਜੋਗ ਤੋਂ ਉਹ ਅੱਗੇ ਲੰਘ ਗਏ ਹੈ। ਇੱਥੇ ਕਿਸੇ ਨਾਲ ਮਿਲਾਪ ਹੁੰਦਾ ਲੋਕ ਖੁਸ਼ ਹੁੰਦੇ ਨੇ, ਜਦੋਂ ਵਿਜੋਗ ਹੁੰਦਾ ਲੋਕ ਰੋਂਦੇ ਨੇ। ਉਹ ਤਾਂ ਸੰਜੋਗ ਵਿਜੋਗ ਤੋਂ ਅੱਗੇ ਲੰਘ ਗਏ ਹੈ।
ਵਸਗਤ ਕੀਨੀ ਨੀਂਦ ਭੂਖ, ਆਸਾ ਮਨਸਾ ਜਿਣ ਘਰ ਆਏ। ਗੁਰ ਸਿੱਖਾਂ ਨੇ ਨੀਂਦ ਤੇ ਭੁੱਖ ਆਪਣੇ ਵੱਸ ਵਿੱਚ ਕੀਤੀ ਹੈ। ਆਮ ਬੰਦੇ ਕੋਲੋਂ ਇਹ ਚੀਜ਼ਾਂ ਵੱਸ ਵਿੱਚ ਨਹੀਂ ਹੁੰਦੀਆਂ। ਨੀਂਦ ਵੀ ਉਹਨਾਂ ਦੇ ਵੱਸ ਵਿੱਚ ਹੈ, ਭੁੱਖ ਵੀ ਵੱਸ ਵਿੱਚ ਹੈ। ਅਤੇ ਸਤਿਗੁਰੂ ਨੇ ਜੋ ਗੁਰਮਤਿ ਦਾ ਸਿਧਾਂਤ ਸਾਨੂੰ ਦਿੱਤਾ ਹੈ, ਇਹ ਨਹੀਂ ਕਿਹਾ ਵੀ ਤੁਸੀਂ ਭੁੱਖੇ ਰਹੋ, ਵੀ ਖਾਣਾ ਹੀ ਛੱਡ ਦਿਓ। ਦੂਜਾ ਇਹ ਵੀ ਨਹੀਂ ਕਿਹਾ ਕਿ ਤੁਸੀਂ ਬਿਲਕੁਲ ਨੀਂਦ ਪ੍ਰਾਪਤ ਨਾ ਕਰੋ, ਸੌਵੋ ਨਾ। ਹਰ ਚੀਜ਼ ਸੰਜਮ ਦੇ ਵਿੱਚ ਹੈ। ਪਰ ਲੋਕ ਜਦੋਂ ਉਹਦੀ ਮਰਿਆਦਾ, ਉਸ ਸੰਜਮ, ਉਸ ਲਕੀਰ ਨੂੰ ਅੱਗੇ ਲੰਘ ਜਾਂਦੇ ਹੈ, ਫਿਰ ਦੁਖੀ ਹੁੰਦੇ ਹੈ। ਗੁਰਸਿੱਖ ਨੇ ਨੀਂਦ ਤੇ ਭੁੱਖ ਨੂੰ ਵੱਸ ਵਿੱਚ ਕੀਤਾ ਹੋਇਆ ਹੈ। ਨੀਂਦ ਵੀ ਉਹਦੇ ਵੱਸ ਵਿੱਚ ਹੈ। ਆਮ ਬੰਦਾ ਵੇਖੋ ਵੀ ਉੱਠਿਆ ਹੀ ਨਹੀਂ ਜਾਂਦਾ ਜੀ ਅੰਮ੍ਰਿਤ ਵੇਲੇ, ਨੀਂਦ ਹੀ ਬਾਹਲੀ ਆਉਂਦੀ ਹੈ, ਕਰੀਏ ਕੀ। ਸਵੇਰੇ ਨੀਂਦ ਹੀ ਬਾਹਲੀ ਪਿਆਰੀ ਹੁੰਦੀ। ਔਰ ਇਹ ਹਕੀਕਤ ਹੈ, ਅੰਮ੍ਰਿਤ ਵੇਲੇ ਦੀ ਨੀਂਦ ਨਾ ਬਹੁਤ ਸਕੂਨ ਦੀ ਆਉਂਦੀ ਹੈ। ਆਉਣੀ ਵੀ ਹੈ। ਦੇਵਤਿਆਂ ਦਾ ਪਹਿਰਾ ਹੁੰਦਾ ਹੈ, ਦੇਵ ਪੁਰਸ਼ਾਂ ਦਾ ਵਾਤਾਵਰਨ ਸ਼ਾਂਤ ਹੈ, ਬਿਲਕੁਲ ਕੋਈ ਰੌਲਾ ਰੱਪਾ ਨਹੀਂ। ਅੰਮ੍ਰਿਤ ਵੇਲਾ ਕਿਹਾ ਮੇਰੇ ਸਤਿਗੁਰੂ ਨੇ ਇਸ ਸਮੇਂ ਨੂੰ। ਅਤੇ ਜੇ ਇਸ ਸਮੇਂ ਦੇ ਵਿੱਚ ਰੱਬ ਦੇ ਚਰਨਾਂ ਵਿੱਚ ਜੁੜਿਆ ਜਾਵੇ ਤਾਂ ਉਹ ਵੀ ਫਿਰ ਆਨੰਦ ਹੈ। ਜਿਹੜਾ ਮਨ ਅੰਮ੍ਰਿਤ ਵੇਲੇ ਟਿਕੇਗਾ ਉਹ ਹੋਰ ਸਮੇਂ ਵਿੱਚ ਨਹੀਂ ਟਿਕ ਸਕਦਾ। ਸੋ ਇਸ ਲਈ ਗੁਰਸਿੱਖ ਜਿਹੜੇ ਨੇ ਉਹ ਨੀਂਦ ਭੂਖ ਉਹਨਾਂ ਨੇ ਵੱਸ ਵਿੱਚ ਕੀਤੀ ਹੈ। ਆਸਾ ਮਨਸਾ ਜਿਣ ਘਰ ਆਏ। ਆਸਾ ਮਨਸਾ ਨੂੰ ਜਿੱਤ ਕੇ ਉਹ ਆਪਣੇ ਸਵੈ ਸਰੂਪ ਘਰ ਦੇ ਵਿੱਚ ਆ ਗਏ ਹੈ। ਉਸਤਤ ਨਿੰਦਾ ਸਾਧ ਕੈ, ਹਿੰਦੂ ਮੁਸਲਮਾਨ ਸਬਾਏ। ਉਸਤਤ ਤੇ ਨਿੰਦਿਆ ਨੂੰ ਸਾਧ ਲਿਆ, ਜਿੱਤ ਲਿਆ ਹੈ। ਜੇ ਕੋਈ ਉਹਨਾਂ ਦੀ ਉਸਤਤ ਕਰੇ ਤਾਂ ਵੀ ਕੋਈ ਫਰਕ ਨਹੀਂ ਉਹਨਾਂ ਨੂੰ, ਹੰਕਾਰ ਵਿੱਚ ਨਹੀਂ ਆਉਂਦੇ। ਜੇ ਨਿੰਦਿਆ ਕਰੇ ਫਰਕ ਤਾਂ ਵੀ ਕੋਈ ਨਹੀਂ। ਪਰ ਸੰਸਾਰੀ ਬੰਦੇ ਜੇ ਕੋਈ ਉਹਨਾਂ ਦੀ ਉਸਤਤ ਹੀ ਕਰਦਾ ਨਾ, ਚਾਰ ਸ਼ਬਦ ਵਡਿਆਈ ਦੇ ਕਹਿ ਦਿੰਦੇ, ਲੋਕ ਫੁੱਲ ਜਾਂਦੇ, ਬਹੁਤ ਹੰਕਾਰੀ ਬਣੇ, ਸਾਡੀ ਵਡਿਆਈ ਹੋ ਰਹੀ ਹੈ। ਜੇ ਕੋਈ ਨਿੰਦਿਆ ਕਰੇ ਫਿਰ ਰੋਂਦੇ ਹੈ, ਫਲਾਣੇ ਨੇ ਮੈਨੂੰ ਇੱਦਾਂ ਕਿਹਾ, ਉਹਨੇ ਮੈਨੂੰ ਇਸ ਤਰ੍ਹਾਂ ਬੋਲੇ ਹੈ। ਤਾਂ ਉਹ ਅਸਰ ਉਹਨਾਂ ਦੇ ਮਨ 'ਤੇ ਹੁੰਦਾ ਹੈ। ਜਿਹੜਾ ਗੁਰਸਿੱਖ ਹੈ ਉਹ ਨਿੰਦਿਆ ਅਤੇ ਉਸਤਤ ਨੂੰ ਸਾਧ ਚੁੱਕਿਆ ਹੈ। ਕੋਈ ਨਿੰਦਿਆ ਕਰੀ ਜਾਏ, ਕੋਈ ਉਸਤਤ ਕਰੀ ਜਾਏ, ਕੋਈ ਫਰਕ ਨਹੀਂ। ਅਤੇ ਨਾ ਉਹ ਕਿਸੇ ਦੀ ਨਿੰਦਿਆ ਕਰਦੇ ਆ, ਨਾ ਕਿਸੇ ਦੀ ਉਸਤਤ ਖੁਸ਼ਾਮਦੀ ਕਰਦੇ ਆ। ਫੁੱਲ ਨੂੰ ਫੁੱਲ ਕਹਿਣਾ ਉਹਨਾਂ ਨੇ, ਕੰਡੇ ਨੂੰ ਕੰਡਾ ਕਹਿਣਾ। ਗੋਡੇ ਲੱਗੇ, ਗਿੱਟੇ ਲੱਗੇ ਕਿਸੇ ਦੇ, ਕੰਡਾ ਹੈ ਅਤੇ ਉਹਨੇ ਕਹਿਣਾ ਵੀ ਇਹ ਕੰਡਾ ਹੈ। ਸੰਸਾਰ ਦੇ ਲੋਕੋ, ਇਹ ਕੰਡਾ ਹੈ, ਇਹਦੇ ਤੋਂ ਬਚ ਕੇ ਰਹੋ, ਦੁੱਖ ਦੇਵੇਗਾ। ਜੇ ਫੁੱਲ ਹੈ ਉਹਨੇ ਕਹਿਣਾ ਵੀ ਇਹ ਫੁੱਲ ਹੈ, ਇਹ ਸੁਗੰਧੀ ਦੇਵੇਗਾ ਤੁਹਾਨੂੰ। ਸੋ ਨਾ ਉਹ ਝੂਠੀ ਖੁਸ਼ਾਮਦੀ ਕਰਦੇ ਹੈ, ਨਾ ਕਿਸੇ ਦੀ ਨਿੰਦਿਆ ਕਰਦੇ ਹੈ। ਉਸਤਤ ਨਿੰਦਿਆ ਤੋਂ ਲੰਘ ਚੁੱਕੇ ਹੈ। ਇਹ ਗੁਰਮੁਖਾਂ ਦੀ ਅਵਸਥਾ ਹੈ। ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇਹੋ ਅਰ ਭੈ ਨਹੀਂ ਜਾ ਕੇ, ਕੰਚਨ ਮਾਟੀ ਮਾਨੈ ਰਹਾਓ। ਨਹਿ ਨਿੰਦਿਆ ਨਹਿ ਉਸਤਤ ਜਾ ਕੇ, ਲੋਭ ਮੋਹ ਅਭਮਾਨਾ, ਹਰਖ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ। ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜਿਹ ਪਰਸੈ ਨਾਹਨ, ਤਿਹ ਘਟ ਬ੍ਰਹਮ ਨਿਵਾਸਾ। ਗੁਰ ਕਿਰਪਾ ਜਿਹ ਨਰ ਕਉ ਕੀਨੀ, ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਇਹ ਸ਼ਬਦ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਜੀ ਨੇ ਗੁਰਮੁਖਾਂ ਦੀ ਅਵਸਥਾ ਦੱਸੀ ਹੈ। ਉਸਤਤ ਨਿੰਦਿਆ ਤੋਂ ਉਹ ਮੁਕਤ ਹਨ। ਸੋ ਉਸਤਤ ਨਿੰਦਾ ਸਾਧ ਕੈ, ਉਸਤਤ ਅਤੇ ਨਿੰਦਿਆ ਇਹਨੂੰ ਵੱਸ ਵਿੱਚ ਕਰ ਲਿਆ, ਜਿੱਤ ਲਿਆ ਹੈ। ਹਿੰਦੂ ਮੁਸਲਮਾਨ ਸਬਾਏ, ਉਹ ਹਿੰਦੂ ਅਤੇ ਮੁਸਲਮਾਨ ਸਾਰਿਆਂ ਦੇ ਸਾਂਝੇ ਹੋ ਗਏ ਨੇ ਗੁਰਸਿੱਖ। ਹਿੰਦੂ ਵੀ ਮੁਸਲਮਾਨ ਉਹ ਦੋਹਾਂ ਦੇ ਹੀ ਸਾਂਝੇ ਨੇ। ਇਹ ਨਹੀਂ ਕਿ ਉਹ ਮੁਸਲਮਾਨਾਂ ਨਾਲ ਨਫ਼ਰਤ ਕਰਦੇ ਨੇ, ਹਿੰਦੂਆਂ ਨੂੰ ਪਿਆਰ ਕਰਦੇ ਨੇ। ਅਤੇ ਇਹ ਵੀ ਨਹੀਂ ਵੀ ਮੁਸਲਮਾਨਾਂ ਨੂੰ ਪਿਆਰ ਕਰਦੇ, ਹਿੰਦੂਆਂ ਨਾਲ ਨਫ਼ਰਤ ਕਰਦੇ। ਉਹ ਤਾਂ ਸਾਰਿਆਂ ਦੇ ਸਾਂਝੇ ਹੈ।
ਉਹ ਤਾਂ ਇਹ ਜਾਣਦੇ ਹੈ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਵੋ, ਇਨਸਾਨੀਅਤ ਹੈ ਉਹਨਾਂ ਦੇ ਅੰਦਰ। ਸੋ ਗੁਰਮੁਖ ਜਿਹੜੇ ਹੈ ਸਾਰੇ ਉਹਨਾਂ ਨੂੰ ਮੁਹੱਬਤ ਕਰਦੇ ਹੈ, ਭਾਵੇਂ ਕੋਈ ਹਿੰਦੂ ਹੋਵੇ ਮੁਸਲਮਾਨ ਹੋਵੇ। ਪੈਰੀਂ ਪੈ ਪਾ ਖਾਕ ਸਦਾਏ, ਉਹ ਗੁਰਸਿੱਖ ਸਾਰਿਆਂ ਦੇ ਪੈਰੀਂ ਪੈ ਕੇ ਤੇ ਆਪ ਸਾਰਿਆਂ ਦੀ ਚਰਨਾਂ ਦੀ ਧੂੜ ਸਦਵਾਉਂਦੇ, ਆਪਣੇ ਆਪ ਨੂੰ ਵੱਡਾ ਨਹੀਂ ਸਦਵਾਉਂਦੇ। ਇਹੀ ਕਹਿੰਦੇ ਆ ਮੈਂ ਤਾਂ ਤੁਹਾਡੇ ਚਰਨਾਂ ਦੀ ਧੂੜ ਹਾਂ। ਸੋ ਨਿਮਰਤਾ ਧਾਰਨ ਕਰਕੇ ਰੱਖਦੇ ਹੈ। ਇਸ ਲਈ ਬਾਬਾ ਫਰੀਦ ਜੀ ਨੇ ਕਿਹਾ, ਫਰੀਦਾ ਖਾਕ ਨਾ ਨਿੰਦੀਐ, ਖਾਕੂ ਜੇੜ ਨਾ ਕੋਏ, ਜੀਵ ਦਿਆਂ ਪੈਰਾਂ ਤਲੇ ਮੁਇਆਂ ਉੱਪਰ ਹੋਏ। ਬਾਬਾ ਫਰੀਦ ਜੀ ਕਹਿੰਦੇ ਤੂੰ ਖਾਕ ਦੀ ਮਿੱਟੀ ਦੀ ਵੀ ਨਿੰਦਿਆ ਨਾ ਕਰ। ਅੱਜ ਜਿਉਂਦਿਆਂ ਤੇਰੇ ਪੈਰਾਂ ਦੇ ਹੇਠ ਹੈ ਅਤੇ ਕੱਲ੍ਹ ਨੂੰ ਜਦੋਂ ਤੂੰ ਮਰ ਗਿਆ ਇਸ ਮਿੱਟੀ ਨੇ ਤੇਰੇ ਉੱਤੇ ਆ ਜਾਣਾ ਹੈ। ਇਸ ਲਈ ਸੋ ਗੁਰਸਿੱਖ ਜਿਹੜੇ ਨੇ ਉਹ ਸਾਰਿਆਂ ਦੀ ਚਰਨ ਧੂੜ ਸਦਵਾਉਂਦੇ, ਆਪਣੇ ਆਪ ਨੂੰ ਵੱਡਾ ਨਹੀਂ ਜਣਾਉਂਦੇ। ਸੋ ਇਸ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਨੇ ਸਾਨੂੰ ਦੱਸਿਆ ਹੈ ਜਿਹੜੇ ਗੁਰਮੁਖ ਪਿਆਰੇ ਨੇ, ਜਿਹੜੇ ਦਵੰਦ ਨੇ, ਦੋ ਨੇ, ਉਹਨਾਂ ਸਾਰਿਆਂ ਨੂੰ ਜਿੱਤ ਲਿਆ ਹੈ। ਜਨਮ ਮਰਨ ਨੂੰ ਜਿੱਤ ਲਿਆ ਹੈ, ਸ਼ਿਵ ਸ਼ਕਤੀ ਨੂੰ ਜਿੱਤ ਲਿਆ ਹੈ, ਚੰਦ ਸੂਰਜ ਦਿਨ ਰਾਤ, ਨੀਂਦ ਭੁੱਖ ਉਸਤਤ ਨਿੰਦਾ, ਇਹਨਾਂ ਸਾਰਿਆਂ ਨੂੰ ਗੁਰੂ ਕੇ ਸਿੱਖਾਂ ਨੇ ਜਿੱਤ ਲਿਆ ਹੈ, ਆਪਣੇ ਵੱਸ ਵਿੱਚ ਕਰ ਲਿਆ ਹੈ। ਸਤਿਗੁਰੂ ਰਹਿਮਤ ਕਰਨ, ਪਾਵਨ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸੁਮਤ ਬਖਸ਼ਣੀ ਜੀ। ਉਸਤਤ ਨਿੰਦਾ ਸਾਧ ਕੈ, ਹਿੰਦੂ ਮੁਸਲਮਾਨ ਸਬਾਏ, ਪੈਰੀ ਪੈ ਪਾ ਖਾਕ ਸਦਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।